ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪੰਜਾਬ ਚਰਚਾ ਦੇ ਵਿੱਚ। ਅੱਜ ਅਸੀਂ ਗੱਲਬਾਤ ਕਰਾਂਗੇ ਖੇਤੀਬਾੜੀ ਬਾਰੇ। ਅੱਜ ਦੇ ਸਮੇਂ ਦੇ ਵਿੱਚ ਖੇਤੀਬਾੜੀ ਨੂੰ ਨਵੇਂ ਰੂਪ ਦੇ ਵਿੱਚ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ ਕਿਸਾਨ ਵੀਰ ਬਹੁਤ ਫਾਇਦਾ ਲੈ ਸਕਣ, ਆਪਣੀ ਆਮਦਨੀ ਵੀ ਵਧਾ ਸਕਣ ਤੇ ਨਾਲ ਦੀ ਨਾਲ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਕੇ ਨਵੇਂ ਤਰੀਕੇ ਨਾਲ, ਮਾਡਰਨ ਤਰੀਕੇ ਦੇ ਨਾਲ ਖੇਤੀਬਾੜੀ ਕਰ ਸਕਣ। ਵਿਰਾਸਤੀ ਖੇਤੀ ਤੋਂ ਲੈ ਕੇ ਮਾਡਰਨ ਟਾਈਮਸ ਦੇ ਤੱਕ ਖੇਤੀ ਦੇ ਵਿੱਚ ਕੀ ਸੁਧਾਰ ਕੀਤੇ ਜਾ ਸਕਦੇ ਨੇ, ਇਸ ਦੇ ਉੱਤੇ ਗਾਈਡਲਾਈਨਸ ਦੇਣਗੇ ਸਾਨੂੰ ਡਾਕਟਰ ਅਮਰੀਕ ਸਿੰਘ ਜੀ, ਜੋ ਐਗਰੀਕਲਚਰ ਆਫਿਸਰ ਨੇ ਪਠਾਨਕੋਟ ਤੋਂ। ਵੈਲਕਮ ਟੂ ਦ ਸ਼ੋ ਸਰ। ਥੈਂਕ ਯੂ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਔਰ ਅਸੀਂ ਦੇਖ ਰਹੇ ਹਾਂ ਕਿ ਤਿੰਨੋਂ ਖੇਤੀ ਕਾਨੂੰਨ ਜਦੋਂ ਵਾਪਸ ਹੋ ਗਏ ਤਾਂ ਖੇਤੀ ਮੁੜ ਉਸੇ ਸਥਿਤੀ 'ਚ ਆ ਗਈ ਹੈ ਜਿੱਥੇ ਪਹਿਲਾਂ ਸੀ। ਗਰੀਬੀ ਵੀ ਹੈ, ਬੇਰੁਜ਼ਗਾਰੀ ਵੀ ਹੈ, ਕਰਜ਼ੇ ਵੀ ਨੇ, ਖੁਦਕੁਸ਼ੀਆਂ ਵੀ ਨੇ। ਉਹ ਸਾਰਾ ਸੀਨ ਸੇਮ ਆ ਗਿਆ ਹੈ ਸਾਡੇ ਸਾਹਮਣੇ ਜੋ ਪਹਿਲਾਂ ਸੀ। ਸੋ ਇਸ ਸੀਨ ਵਿੱਚੋਂ ਨਿਕਲਣ ਵਾਸਤੇ ਕਿਸਾਨਾਂ ਨੂੰ ਕੋਈ ਰਸਤਾ ਤੁਸੀਂ ਵੀ ਦਿਖਾਓ, ਜੋ ਮਾਹਿਰ ਦਿਖਾ ਰਹੇ ਨੇ। ਤਾਂ ਅਸੀਂ ਸ਼ੁਰੂਆਤ ਕਰਨਾ ਚਾਹਾਂਗੇ ਕਿ ਸਾਡੀ ਵਿਰਾਸਤੀ ਖੇਤੀ ਕੀ ਹੈ। ਐਕਚੁਅਲੀ ਜੇ ਕਿਸਾਨੀ ਦੀ ਵਿਰਾਸਤ ਦੀ ਗੱਲ ਕਰੀਏ ਤਾਂ ਅੱਜ ਤੋਂ ਕੋਈ 40-50 ਪਿੱਛੇ ਸਾਲ ਚੱਲ ਜਾਈਏ ਤੇ ਸਾਡੇ ਪੰਜਾਬ ਦੇ ਵਿੱਚ ਰਲ ਮਿਲ ਕੇ ਖੇਤੀ ਕਰਦੇ ਸਾਰੇ ਬਜ਼ੁਰਗ। ਆਮ ਕਰਕੇ ਸੁਣੀਦਾ ਸੀਗਾ ਵੀ ਆਪਾਂ ਹੱਲੇ ਚੱਲੇ ਆ ਜਾਂ ਮੰਗੀ ਚੱਲੇ ਆ। ਤਾਂ ਉਹਦਾ ਮਤਲਬ ਇਹੀ ਹੁੰਦਾ ਸੀ ਕਿ ਆਪਾਂ ਨੂੰ ਜਿਹੜੇ ਆਪਣੇ ਕੋਲ ਰਿਸੋਰਸਿਸ ਹੁੰਦੇ ਸੀ, ਆਪਣੇ ਕੋਲ ਜੋ ਵੀ ਮਸ਼ੀਨਰੀ ਜਾਂ ਕੋਈ ਰਿਸੋਰਸਿਸ ਹੁੰਦੇ ਸੀ, ਉਹਨਾਂ ਨੂੰ ਆਪਸ ਵਿੱਚ ਪੂਲ ਕਰਕੇ ਤੇ ਵਰਤੋਂ ਕਰਕੇ ਤੇ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਸੀ। ਤੇ ਉਹਦੇ ਨਾਲ ਜਿਹੜੀ ਸਾਡੀ ਕੋਈ ਫਸਲ ਦੀ ਕਟਾਈ ਕਰਨੀ ਆ, ਹਾਰਵੈਸਟਿੰਗ ਕਰਨੀ ਆ, ਉਹਦੀ ਜਿਹੜੀ ਆ ਜਾਂ ਉਹ ਦਾਣੇ ਕੱਢਣੇ ਆ, ਜੋ ਵੀ ਮਤਲਬ ਕੀ ਕਰਨੀ ਆ, ਤੇ ਉਹਦਾ ਜਿਹੜਾ ਵਾ ਆਪਾਂ ਮਿਲ ਜੁਲ ਕੇ ਕਰ ਲੈਂਦੇ ਸੀ। ਤੇ ਉਹਦੇ ਨਾਲ ਸਾਡੇ ਖਰਚੇ ਜਿਹੜੇ ਸੀ, ਖੇਤੀ ਲਾਗਤ ਖਰਚੇ ਜਿਹੜੇ ਸੀ ਉਹ ਘਟ ਜਾਂਦੇ ਸੀ ਤੇ ਸਾਡੀ ਆਮਦਨ ਜਿਹੜੀ ਸੀ ਉਹ ਵੱਧ ਰਹੀ ਸੀ। ਤਾਂ ਉਸ ਸਮੇਂ ਦੇ ਵਿੱਚ ਸਾਡਾ ਜਿਹੜਾ ਸੀ ਭਾਈਚਾਰਾ ਵੀ ਬਹੁਤ ਜ਼ਿਆਦਾ ਸੀ। ਆਪਸ ਵਿੱਚ ਪਿੰਡ ਦੇ ਵਿੱਚ ਭਾਈਚਾਰਾ ਹੁੰਦਾ, ਸੱਥਾਂ ਦੇ ਵਿੱਚ ਬਹਿ ਕੇ ਗੱਲਾਂ ਬਾਤਾਂ ਕਰ ਲੈਂਦੇ ਸੀ। ਪਰ ਉਸ ਸਮੇਂ ਦੇ ਆਉਣ ਨਾਲ ਜਿਹੜਾ ਬਦਲਣ ਦੇ ਨਾਲ ਜਿਹੜਾ ਸਾਡਾ ਕੁਛ ਪਿੰਡਾਂ ਦਾ ਮਾਹੌਲ ਵੀ ਬਦਲਿਆ। ਤੇ ਪਿੰਡਾਂ ਦੇ ਮਾਹੌਲ ਦੇ ਬਦਲਣ ਨਾਲ ਤੁਹਾਨੂੰ ਪਤਾ ਹੀ ਹੈ ਕਿ ਅੱਜ ਕਿਸ ਮਾਹੌਲ 'ਚ ਆਪਾਂ ਪਹੁੰਚ ਗਏ ਆ। ਧੜੇਬੰਦੀਆਂ ਵਿੱਚ ਜਿਹੜਾ ਵਾ ਉਹ ਸਾਡਾ ਸਮਾਜ ਜਿਹੜਾ ਵਾ ਉਹ ਕਾਫੀ ਬਣ ਚੁੱਕਿਆ ਵਾ। ਸੋ ਇਹ ਜਿਹੜਾ ਵਾ ਇਹਨੂੰ ਮੁੜ ਜਿਹੜਾ ਵਾ ਉਹ ਪੁਰਾਣੇ ਹਾਲਾਤਾਂ 'ਚ ਜਿਹੜਾ ਵਾ ਉਹ ਜਾਣਾ ਪਊਗਾ ਜੇਕਰ ਅਸੀਂ ਇਸ ਚੀਜ਼ 'ਚੋਂ ਨਿਕਲਣਾ ਚਾਹੁੰਦੇ ਹਾਂ ਜੀ। ਔਰ ਅਸੀਂ ਇਹ ਵੀ ਦੇਖਦੇ ਹਾਂ ਕਿ ਪੁਰਾਣੇ ਵਕਤਾਂ ਦੇ ਵਿੱਚ ਕਿਸਾਨ ਵੀਰ ਆਪਸ ਦੇ ਵਿੱਚ ਜੋ ਬੀਜ ਹੈਗੇ ਨੇ, ਖੇਤੀ ਦੇ ਵਿੱਚ ਜੋ ਬੀਜ ਪਾਉਂਦੇ ਨੇ, ਉਹ ਵੀ ਆਪਸ ਵਿੱਚ ਵਟਾਂਦਰਾ ਕਰ ਲੈਂਦੇ ਸੀ, ਐਕਸਚੇਂਜ ਕਰ ਲੈਂਦੇ ਸੀ। ਬਿਲਕੁਲ ਬਿਲਕੁਲ। ਕਿਉਂਕਿ ਐਕਚੁਅਲੀ ਹੁੰਦਾ ਕੀ ਕਿ ਉਹਦੇ ਵਿੱਚ ਹੁੰਦਾ ਕਿ ਪਹਿਲਾਂ ਜਦੋਂ ਹਾਈ ਯੀਲਡਿੰਗ ਵੈਰਾਈਟੀ ਸਾਡੇ ਕੋਲ ਨਹੀਂ ਸੀਗੀਆਂ ਤੇ ਆਮ ਕਰਕੇ ਕਿਸਾਨ ਜਿਹੜਾ ਸੀ ਉਹ ਘਰ ਦਾ ਬੀਜ, ਆਪਣੀ ਫਸਲ ਦਾ ਬੀਜ ਰੱਖ ਕੇ ਤੇ ਆਪਸ ਵਿੱਚ ਆਪਣੇ ਵਿੱਚ ਹੀ ਵਟਾ ਲੈਂਦੇ ਸੀ। ਕਿਉਂਕਿ ਜਦੋਂ ਵੀ ਆਪਾਂ ਇਹ ਕਹਿੰਦੇ ਆ ਕਿ ਜਿਹੜੀ ਇੱਕ ਪੈਲੀ ਤੋਂ ਦੂਜੀ ਪੈਲੀ ਦੇ ਵਿੱਚ ਆਪਣੇ ਬੀਜ ਨੂੰ ਚੇਂਜ ਕਰ ਲਈਏ ਤੇ ਉਹਦੇ ਵਿੱਚ ਜਿਹੜਾ ਝਾੜ ਦਾ ਜਿਹੜਾ ਵਾ ਉਹ ਫਰਕ ਪੈ ਜਾਂਦਾ ਵਾ। ਸੋ ਉਹ ਸਮੇਂ ਦੇ ਆਉਣ ਦੇ ਨਾਲ ਜਦੋਂ ਸਾਡੀਆਂ ਨਵੇਂ ਬੀਜ ਆਏ, ਅੱਜ ਕੱਲ੍ਹ ਕਿਉਂਕਿ ਰੈਡੀਮੇਡ ਦਾ ਕੰਮ ਹੈ, ਰੈਡੀਮੇਡ ਦਾ ਜ਼ਮਾਨਾ ਵਾ। ਹਰ ਇੱਕ ਜ਼ਿਮੀਂਦਾਰ, ਹਰ ਇੱਕ ਮਨੁੱਖ ਕਹਿੰਦਾ ਮੈਨੂੰ ਰੈਡੀਮੇਡ ਚੀਜ਼ ਮਿਲ ਜਾਵੇ, ਮੈਨੂੰ ਕੋਸ਼ਿਸ਼ ਕਰਨਾ ਨਾ ਪਵੇ। ਤੇ ਪੁਰਾਣੇ ਸਮੇਂ 'ਚ ਦੇਖੋ ਤੇ ਦੇਖੀਏ ਤੇ ਜਿਹੜੀਆਂ ਕਿਸਾਨ ਮਹਿਲਾਵਾਂ ਜਿਹੜੀਆਂ ਸੀ ਉਹ ਜਦੋਂ ਹਾੜੀ ਜਾਂ ਸਾਉਣੀ ਹੁੰਦੀ ਸੀ ਤੇ ਉਹ ਤੋਂ 1 ਮਹੀਨਾ ਪਹਿਲਾਂ ਸਾਡੀ ਜਿਹੜੀ ਸੀ ਬੀਜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਹਦਾ ਗ੍ਰੇਡਿੰਗ ਕਰਕੇ ਉਹ ਰੱਖ ਲੈਂਦੀਆਂ ਸੀ। ਉਹਦੀ ਕਈ ਵਾਰੀ ਤਾਂ ਜਮਨ ਸ਼ਕਤੀ ਵੀ, ਜਿਹੜੀ ਉਗਣ ਸ਼ਕਤੀ ਵੀ ਚੈੱਕ ਕਰ ਲੈਂਦੀਆਂ ਸੀ। ਜਿਹਦਾ ਖੇਤਰੀ ਦੇ ਵਿੱਚ ਜਿਹੜੀ ਬੀਜਦੀਆਂ ਨੇ ਉਹ ਉਹਦੀ ਬੀਜ ਸ਼ਕਤੀ ਵੀ ਚੈੱਕ ਕਰ ਲੈਂਦੀਆਂ ਸੀ ਕਿ ਕਿੰਨਾ ਕੁ ਉੱਗਦਾ ਪਿਆ ਵਾ। ਕਿਉਂਕਿ ਬਹੁਤੀ ਵਾਰੀ ਕਈ ਵਾਰੀ ਹੁੰਦਾ ਕੀ ਹੈ ਕਿ ਆਪਾਂ ਬੀਜ ਦੀ ਉਗਣ ਸ਼ਕਤੀ ਨਹੀਂ ਚੈੱਕ ਕਰਦੇ ਤੇ ਮੁੜ ਕੇ ਜਦੋਂ ਆਪਾਂ ਪੈਲੀ 'ਚ ਬੀਜ ਦਿੰਦੇ ਹਾਂ, ਖੇਤ 'ਚ ਬੀਜ ਦਿੰਦੇ ਆ ਤੇ ਫਿਰ ਉੱਗਦਾ ਨਹੀਂ ਗਈ। ਫਿਰ ਆਪਾਂ ਨੂੰ ਜਿਹੜਾ ਵਾ ਉਹ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਉਸ ਨੂੰ ਨਹੀਂ ਕਰ ਸਕਦੇ। ਉਹ ਲੇਡੀਜ਼ ਜਿਹੜੀ ਸਾਡੀ ਘਰੇਲੂ ਮਹਿਲਾਵਾਂ ਸੀ, ਉਹ ਜਿਹੜੀ ਸਾਡੀ ਇਸ ਕਿਸਾਨੀ ਦੇ ਕਿਸਾਨਾਂ ਦੇ ਹੱਥ ਨਾਲ ਹੱਥ ਮਿਲਾ ਕੇ ਇਸ ਨੂੰ ਜਿਹੜੀ ਚੀਜ਼ ਜਿਹੜੀ ਸੀ ਉਹ ਜਿਹੜਾ ਬੀਜ ਨੂੰ ਸਾਫ਼ ਸੁਥਰਾ ਕਰਕੇ ਤੇ ਕਿਸਾਨ ਨੂੰ ਦਿੰਦੀ ਆਈ। ਤੇ ਕਿਸਾਨ ਜਿਹੜਾ ਸਿਰ ਜਿਹੜਾ ਸੀ ਆਪਣੇ ਖੇਤਾਂ ਵਿੱਚ ਕਰ ਹੁੰਦਾ ਸੀ, ਬੀਜ ਹੁੰਦਾ ਸੀ। ਉਸ ਤੋਂ ਦੇਖੋ ਪੁਰਾਣੇ ਸਮੇਂ ਦੇ ਵਿੱਚ ਟਰੈਕਟਰ ਵੀ ਨਹੀਂ ਸੀ ਹੈਗੇ ਤੇ ਹਾਲੀ ਵੀ ਜਿਹੜੇ ਸੀ ਆਮ ਕਰਕੇ 3-3 4-4 ਜਿਹੜੀ ਹਾਲੀਆਂ ਹੱਲ ਲੈ ਜਾਂਦੇ ਸੀ, ਉਹ ਵੀ ਮੰਗੀ ਪਾ ਲੈਂਦੇ ਸੀ ਤੇ ਉਹ ਜਿਹੜਾ ਛੇਤੀ ਕੰਮ ਕਰ ਲੈਂਦੇ ਸੀ। ਉਹਦੇ ਨਾਲ ਜਿਹੜਾ ਸਿਹਤ ਵੀ ਚੰਗੀ ਰਹਿੰਦੀ ਤੇ ਖਾਣ ਪੀਣ ਜਿਹੜਾ ਭੋਜਨ ਵੀ ਉਹ ਵੀ ਪਚ ਜਾਂਦਾ ਸੀ ਤੇ ਬਿਮਾਰੀ ਵੀ ਕੋਈ ਨਹੀਂ ਲੱਗਦੀ। ਤੇ ਉਹ ਅੱਜ ਦਾ ਜਿਹੜਾ ਉਹਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ। ਤੇ ਖਾਦਾਂ ਦੀ ਜੇ ਗੱਲ ਕਰੀਏ ਤਾਂ ਵਿਰਾਸਤੀ ਖੇਤੀ ਵਿੱਚ ਖਾਦਾਂ ਦਾ ਕੀ ਸਟੇਟਸ ਸੀ? ਖਾਦਾਂ ਦੀ ਜੇ ਦੇਖੀਏ ਤੇ ਸਾਡੀ ਬਹੁਤੀ ਜ਼ਿਆਦਾ ਉਦੋਂ ਕੈਮੀਕਲ ਜਿਹੜੀ ਸੀ ਉਹ ਘੱਟ ਵਰਤੀ ਜਾਂਦੀ ਸੀ। ਜਦ ਕਿ ਦੇਸੀ ਰੂੜੀ ਜਿਹੜੀ ਆ ਜਾਂ ਤੁਹਾਡੀ ਹਰੀ ਖਾਦ ਆ ਜਾਂ ਹੋਰ ਜਿਹੜੀ ਨਿੱਕੜ ਸੁੱਕੜ ਆ, ਸਾਰਾ ਕੁਝ ਜਿਹੜਾ ਵਾ ਉਹੀ ਖੇਤ ਦੇ ਵਿੱਚ ਪਾਉਂਦੇ ਸੀ।
ਤੇ ਸਾਡੀ ਜਿਹੜਾ ਰਹਿੰਦ ਖੂੰਹਦ ਦੀ ਉਹਨੂੰ ਅੱਗ ਵੀ ਨਹੀਂ ਲੱਗਦੀ ਹੈਗੀ, ਤੇ ਉਹਦੇ ਨਾਲ ਸਾਡਾ ਵਾਤਾਵਰਨ ਪ੍ਰਦੂਸ਼ਿਤ ਵੀ ਨਹੀਂ ਹੁੰਦਾ, ਤੇ ਨਾ ਹੀ ਜਿਹੜਾ ਵੀ ਕਿਉਂਕਿ ਖੇਤ ਦੇ ਵਿੱਚ ਕੀ ਮਿੱਟੀ ਦੇ ਵਿੱਚ ਕੀ ਹੈ ਕਿ ਬਹੁਤ ਸਾਰਾ ਜਿਹੜੇ ਆ ਉਹ ਛੋਟੇ ਛੋਟੇ ਜੀਵ ਨੇ ਜਿਹੜੇ ਕਿ ਕਿਸੇ ਵੀ ਚੀਜ਼ ਨੂੰ ਉਗਾਉਣ ਦੇ ਵਿੱਚ ਜਿਹੜੀ ਉਹ ਮਦਦ ਕਰਦੇ ਆ। ਸੋ ਉਹਦੇ ਨਾਲ ਜਿਹੜੀ ਹੈ ਕਿ ਜਿਹੜੀ ਖੇਤ ਦੀ ਉਤਪਾਦਕਤਾ ਸ਼ਕਤੀ ਜਿਹੜੀ ਆ ਉਹ ਬਣੀ ਰਹਿੰਦੀ ਆ। ਸੋ ਉਦੋਂ ਜਿਹੜਾ ਹੀ ਸਾਡੀ ਦੇਸੀ ਰੂੜੀ ਪੈਂਦੀ ਸੀ, ਜਾਂ ਉਹਦੀ ਜਿਹੜੀ ਸੀ ਮਤਲਬ ਕਿ ਟਰੈਕਟਰ ਦੇਸੀ ਹਲਾਂ ਉਹਦੇ ਹੀ ਡੂੰਘੀ ਵਗਦੀ ਸੀ, ਤੇ ਉਹਦੇ ਨਾਲ ਜਿਹੜਾ ਕਾਫੀ ਜਿਹੜਾ ਸਾਡੀ ਜਿਹੜੀ ਆ ਉਹ ਇਕੋਸਿਸਟਮ ਜਿਹੜਾ ਸੀ ਉਹ ਮੇਨਟੇਨ ਰਹਿੰਦਾ ਸੀ, ਤੇ ਸਾਡੀ ਮਾਈਕਰੋ ਨਿਊਟ੍ਰੀਐਂਟ ਜਿਹੜੀ ਬੈਲੈਂਸ ਫਰਟੀਲਾਈਜ਼ਰ ਦੀ ਯੂਜ਼ ਹੁੰਦੀ ਸੀ, ਤੇ ਸਾਨੂੰ ਜਿਹੜਾ ਬਹੁਤਾ ਜਿਹੜਾ ਡੈਫੀਸ਼ੀਐਂਸੀ ਜਿਹੜੀ ਦੀ ਘਾਟ ਜਿਹੜੀ ਉਹ ਮਹਿਸੂਸ ਨਹੀਂ ਹੁੰਦੀ। ਸੋ ਹੁਣ ਆਉਣ ਵਾਲੇ ਜਿਹੜਾ ਸਮਾਂ ਜਿਹੜਾ ਪਿਛਲੇ ਜੇ ਵੇਖੀਏ ਤੇ 20-25 ਸਾਲਾਂ ਦੇ ਵਿੱਚ ਸਾਡੀ ਜਿਹੜੀ ਆ ਉਹ ਖਾਦਾਂ ਦੀ ਜਿਹੜੀ ਕੰਜ਼ੰਪਸ਼ਨ ਜਿਹੜੀ ਆ ਉਹ ਕਾਫੀ ਵਧੀ, ਤੇ ਉਹਦੇ ਨਾਲ ਜਿਹੜੀ ਸਾਡੀ ਯੂਰੀਆ ਤੇ ਆਪਾਂ DAP ਦੇ ਫਾਸਫੋਰਸ ਨਾਈਟ੍ਰੋਜਨ ਜਿਹੜੀ ਖਾਦਾਂ ਨੇ ਉਹਨਾਂ ਤੇ ਰਹਿ ਗਏ, ਫਿਰ ਇੰਬੈਲੈਂਸ ਯੂਜ਼ ਸ਼ੁਰੂ ਹੋ ਗਈ। ਉਹਦੇ ਨਾਲ ਸਾਡੀ ਜਿਹੜੀ ਆ ਉਹ ਜ਼ਮੀਨ ਦੀ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਆ ਉਹ ਵੀ ਘਟੀ ਆ। ਸੋ ਇਸ ਕਰਕੇ ਜਿਹੜੀ ਉਹਨੂੰ ਬੜਾ ਮਹੱਤਵ ਹੈ ਕਿ ਜਿਹੜੀ ਦੇਸੀ ਰੂੜੀ ਜਿਹੜੀ ਉਹ ਕਾਫੀ ਵਰਤੀ ਜਾਂਦੀ ਸੀ, ਕਿਉਂਕਿ ਹਰੇਕ ਘਰ ਦੇ ਵਿੱਚ ਡੰਗਰ ਹੈਗਾ ਸੀਗਾ, ਪਸ਼ੂ ਹਰੇਕ ਡੰਗਰ ਵਿੱਚ ਜਿਹੜਾ ਦੁੱਧ ਸੀ ਉਹ ਆਪਣੇ ਘਰ ਦਾ ਪੀਂਦੇ ਸੀ, ਉਹ ਆਪਣੇ ਘਰ ਦਾ ਖਾਂਦੇ ਸੀ, ਤੇ ਹਰ ਚੀਜ਼ ਘਰ ਦੀ ਸੀ, ਤੇ ਸਬਜ਼ੀਆਂ ਵੀ ਆਪਣੇ ਘਰ ਦੀਆਂ ਸੀ। ਪਰ ਹੁਣ ਜਿਹੜਾ ਵਾ ਉਹ ਲੋਕਾਂ ਨੇ ਮਤਲਬ ਕਿ ਆਮ ਕਿਸਾਨਾਂ ਨੇ ਡੰਗਰ ਘਟਾ ਤੇ ਕੁੱਤੇ ਰੱਖ ਜ਼ਿਆਦਾ ਰੱਖਦੇ, ਮਤਲਬ ਕੁੱਤੇ ਜ਼ਿਆਦਾ ਰੱਖਿਆ, ਉਹ ਡੰਗਰ ਜਿਹੜੇ ਘਟਾਏ ਆ, ਕਿਉਂਕਿ ਹਰ ਕੋਈ ਕਹਿੰਦਾ ਯਾਰ 2 ਕਿਲੋ ਦੁੱਧ ਮਿਲਣਾ ਵਾ, ਚਲੋ ਕਿਸੇ ਕੋਲ ਆਪਾਂ ਡੇਅਰੀ ਕੋਲ ਲੈ ਲਾਂਗੇ ਤੇ ਕੀ ਇੰਨਾ ਮਤਲਬ ਸਿਰ ਖਪਾਈ ਕਰਨੀ ਹੈ। ਸੋ ਇਸ ਕਰਕੇ ਥੋੜੀ ਵਧੀਆ ਮੌਸਮ। ਸੋ ਤੁਸੀਂ ਕੁੱਤਿਆਂ ਦੀ ਗੱਲ ਕੀਤੀ ਹੈ। ਅੱਜ ਕੱਲ੍ਹ ਕਿਸਾਨਾਂ ਦੇ ਬੱਚੇ ਜੇ ਗਾਵਾਂ ਮੱਝਾਂ ਚਰਾਉਣ ਜਾਣ ਤੇ ਉਹਨਾਂ ਨੂੰ ਬੜੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ, ਪਰ ਕੁੱਤਾ ਲੈ ਕੇ ਜੇ ਪਿੰਡ 'ਚ ਗੇੜਾ ਕੱਢਣ ਤਾਂ ਬੜੀ ਸ਼ਾਨ ਮਹਿਸੂਸ ਕਰਦੇ ਨੇ। ਇਹ ਬਹੁਤ ਵਧੀਆ ਤੁਸੀਂ ਨੁਕਤਾ ਚੁੱਕਿਆ ਹੈ। ਤਾਂ ਤੁਸੀਂ ਕਿਹਾ ਕਿ 40-50 ਸਾਲ ਪਹਿਲਾਂ ਜਾਂ 20-25 ਸਾਲ ਪਹਿਲਾਂ ਇਸ ਤਰ੍ਹਾਂ ਦੀ ਸਥਿਤੀ ਸੀ ਪੰਜਾਬ ਦੇ ਵਿੱਚ, ਤੇ ਇਹ ਉਹਨਾਂ ਸਮਿਆਂ ਤੋਂ ਅੱਜ ਦੇ ਸਮੇਂ ਤੱਕ ਜਿਹੜੀ ਯਾਤਰਾ ਹੋਈ ਹੈ, ਕੀ ਕੁਝ ਬਦਲਾਵ ਆ ਗਏ ਨੇ? ਜੇ ਪੁਰਾਣੇ ਪਿੱਛੇ ਚੱਲੀਏ ਤੇ ਸਾਡੀ ਖੇਤੀ ਦੇ ਵਿੱਚ ਜਿਹੜਾ ਵਾ ਬੜਾ ਵੱਡੀ ਪੱਧਰ ਤੇ ਜਿਹੜਾ ਬਦਲਾਵ ਆਇਆ। ਸਾਡੀ ਜਿਹੜੀ ਤੇ ਸਾਡੇ ਜਿਹੜਾ ਸੀ ਮੋਸਟਲੀ ਜਿਹੜੇ ਫਾਰਮਰ ਜਿਹੜੇ ਸੀ ਉਹ ਰਵਾਇਤੀ ਖੇਤੀ ਕਰਦੇ ਸੀ, ਤੇ ਸਾਂਝੇ ਪਰਿਵਾਰ ਸੀ, ਇੱਕ ਦੂਜੇ ਨਾਲ ਮਿਲ ਜੁਲ ਕੇ ਜਿਹੜਾ ਵਾ ਉਹ ਸਾਰੇ ਜਿਹੜੇ ਮਿਲ ਜੁਲ ਕੇ ਜਿਹੜੀ ਖੇਤੀ ਕਰ ਲੈਂਦੇ ਸੀ। ਪਰ ਜਿਉਂ ਸਮੇਂ ਦੇ ਨਾਲ ਜਿਹੜਾ ਵਾ ਬੀਤਣ ਦੇ ਨਾਲ ਸਾਡਾ ਜਿਹੜਾ ਵਾ ਉਹ ਨਵੀਂ ਟੈਕਨੋਲੋਜੀ ਆਈ ਆ, ਨਵੇਂ ਸੰਦ ਆਏ ਆ, ਨਵੀਂ ਮਸ਼ੀਨਰੀ ਆਈ ਆ, ਤੇ ਸਾਡੇ ਪਰਿਵਾਰ ਦੇ ਵਿੱਚ ਵੀ ਪਰਿਵਾਰਾਂ ਦੇ ਵਿੱਚ ਵੀ ਜਿਹੜਾ ਵਾ, ਕਿਉਂਕਿ ਅੱਗੇ ਪਹਿਲਾਂ ਸੀਗਾ ਕਿ ਹਰੇਕ ਪਰਿਵਾਰ ਦੇ ਵਿੱਚ 3-3 4-4 ਬੱਚੇ, ਕਈ 6-10 ਬੱਚੇ ਵੀ ਹੁੰਦੇ ਸੀ, ਤੇ ਹੁਣ ਜਿਹੜਾ ਵਾ ਇੱਕ 2-2 ਬੱਚੇ ਰਹਿ ਗਏ ਆ, ਤੇ ਬਹੁਤੇ ਉਹਦੇ ਵਿੱਚ ਵੀ ਬਹੁਤੇ ਇੱਕ ਜਿਹੜਾ ਬੱਚਾ ਜਿਹੜਾ ਵਾ ਉਹ ਬਾਹਰ ਫੋਰਨ ਦੇ ਵਿੱਚ ਜਿਹੜਾ ਵਾ ਉਹ ਗਿਆ ਵਾ, ਤੇ ਇਕੱਲਾ ਉਹਦੇ ਕੋਲ ਰਹਿ ਗਿਆ। ਮਾਂ ਪਿਓ ਜਿਹੜਾ ਵਾ ਬਹੁਤੇ ਜਿਹੜੇ ਕਿਸਾਨਾਂ ਦੇ ਵਿੱਚ ਇਹੀ ਪ੍ਰੋਬਲਮ ਆ ਰਹੀ ਆ ਕਿ ਜੇ ਬੱਚੇ ਬਾਹਰ ਚਲ ਗਏ ਤੇ ਮਾਂ ਪਿਓ ਜਿਹੜਾ ਵਾ ਉਹ ਜਦੋਂ 60-70 ਸਾਲ ਦੀ ਉਮਰ ਹੁੰਦੀ ਆ, ਫਿਰ ਖੇਤੀਬਾੜੀ ਜਿਹੜੀ ਆ ਉਹ ਕਰਨੀ ਬੜੀ ਔਖੀ ਹੋ ਜਾਂਦੀ ਉਹਨਾਂ ਨੂੰ। ਸੋ ਇਸ ਵੇਲੇ ਜਿਹੜਾ ਵਾ ਇਹੀ ਪ੍ਰੋਬਲਮ ਹੈ ਕਿ ਸਾਨੂੰ ਜਿਹੜਾ ਵਾ ਜੇ ਕੱਲਾ ਫਾਰਮਰ ਖੇਤੀ ਕਰਦਾ ਵਾ ਤੇ ਉਹ ਲਾਹੇਵੰਦ ਨਹੀਂ ਆ, ਤੇ ਉਹਦੇ ਵਿੱਚ ਜਿਹੜਾ ਵਾ ਜੇ ਰਲ ਮਿਲ ਕੇ ਗੱਲ ਜਿਹੜੀ ਖੇਤੀ ਕਰ ਲਈਏ ਤੇ ਉਹ ਜ਼ਿਆਦਾ ਵਧੀਆ ਵਾ। ਕਿਉਂਕਿ ਜਿਹੜੇ ਹਰੇਕ ਫਾਰਮਰ ਨੂੰ ਜਿਹੜਾ ਕਿਸਾਨ ਨੂੰ ਜਿਹੜਾ ਵਾ ਉਹ ਟਰੈਕਟਰ ਜਿਹੜਾ ਵਾ ਉਹ ਲੈਣਾ ਮੁਨਾਸਬ ਨਹੀਂ ਸਮਝਦੇ ਆਪਾਂ, ਨਾ ਕਿ ਮਸ਼ੀਨਰੀ ਵਰਤੋਂ ਭਾਰੀ ਮਸ਼ੀਨਰੀ ਜਿਹੜੀ ਮਹਿੰਗੀ ਬੜੀ ਆ, ਇਸ ਤਰ੍ਹਾਂ ਜਿਹੜੀ ਆ ਉਹ 3-4 ਲੱਖ ਦੀ ਹੁੰਦੀ ਹੈ, ਤੇ ਵਰਤੀ ਸਿਰਫ ਜਿਹੜੀ ਆ ਉਹ ਮਹੀਨਾ 10 ਦਿਨ ਵਰਤੀ ਜਾਂਦੀ ਹੈ ਜੀ। ਇਸ ਤਰ੍ਹਾਂ ਜਿਹੜਾ ਵਾ ਬੜਾ ਵੱਡਾ ਬਦਲਾਅ ਆਇਆ ਵਾ, ਟੈਕਨੋਲੋਜੀ ਦਾ ਬੜਾ ਬਦਲਾਅ ਆਇਆ, ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਸੋਸ਼ਲ ਮੀਡੀਆ ਦਾ ਬੜਾ ਬਦਲਾਅ ਬੜਾ ਕੀਤਾ ਵਾ। ਜਿਹੜਾ ਵਾ ਉਹ ਕਿਸਾਨ ਜਿਹੜਾ ਪਰਿਵਾਰ ਜਿਹੜਾ ਵਾ ਉਹ ਜਿਹੜਾ ਛੋਟੇ ਜਿਹੜੇ ਆਪਣੇ ਨੌਜਵਾਨ ਨੇ ਉਹ ਖਾਸ ਕਰਕੇ ਹੁਣ ਜਿਹੜਾ ਵਾ ਖੇਤੀਬਾੜੀ ਦੇ ਨਵੀਂ ਟੈਕਨੀਕਾਂ ਜਿਹੜੀਆਂ ਨੇ ਉਹ ਅਪਣਾ ਕੇ ਜਿਹੜਾ ਕਾਫੀ ਬੰਦ ਜਿਹੜਾ ਵਾ ਲਾਹਾ ਲੈ ਰਹੇ ਆ ਜੀ। ਔਰ ਹੁਣ ਆਪਾਂ ਵਿਰਾਸਤੀ ਖੇਤੀ ਵੱਲ ਮੁੜ ਕੇ ਆਈਏ, ਕਿਉਂਕਿ ਵਿਰਾਸਤੀ ਖੇਤੀ ਵੱਲ ਜੇ ਮੁੜ ਕੇ ਆਵਾਂਗੇ ਤਾਂ ਹੀ ਸਾਡਾ ਨਿਪਟਾਰਾ ਹੋ ਸਕਦਾ ਇਹਨਾਂ ਸਾਰੀਆਂ ਮੁਸ਼ਕਿਲਾਂ ਤੋਂ, ਤਾਂ ਹੀ ਸਾਡਾ ਕੋਈ ਰਾਹ ਨਿਕਲ ਸਕਦਾ ਜਿਸ ਨਾਲ ਅਸੀਂ ਖੇਤੀ ਨੂੰ ਫਿਰ ਤੋਂ ਅਮੀਰ ਬਣਾ ਸਕਦੇ ਹਾਂ। ਤਾਂ ਇਹਦੇ ਸੰਦਰਭ ਵਿੱਚ ਹੀ ਜੋ ਕੋਆਪਰੇਟਿਵ ਫਾਰਮਿੰਗ ਦੀ ਗੱਲ ਹੁੰਦੀ ਹੈ ਸਰ। ਸੋ ਅਜੋਕੇ ਸਮੇਂ ਦੇ ਵਿੱਚ ਜਿਹੜੀ ਸਹਿਕਾਰੀ ਖੇਤੀ ਆ, ਸਹਿਕਾਰੀ ਖੇਤੀ ਦੀ ਜਿਹੜੀ ਅਜੋਕੇ ਸਮੇਂ ਦੇ ਵਿੱਚ ਬਹੁਤ ਮਹੱਤਤਾ ਵੱਧ ਗਈ ਆ, ਕਿਉਂਕਿ ਜੇਕਰ ਮੌਜੂਦਾ ਹਾਲਾਤ ਵਿੱਚ ਦੇਖੀਏ ਤਾਂ ਸਾਡਾ ਜਿਹੜੇ ਅੰਦੋਲਨ ਕਿਸਾਨੀ ਅੰਦੋਲਨ ਚੱਲਿਆ ਵਾ, ਜਿਹੜਾ ਚੱਲ ਰਿਹਾ ਜੀ ਫਿਲਹਾਲ ਚੱਲ ਰਿਹਾ ਵਾ, ਤੇ ਉਹ ਵੀ ਇੱਕ ਬੜੀ ਵੱਡੀ ਉਦਾਹਰਣ ਹੈ ਕਿ ਇੱਕ ਸਹਿਕਾਰੀ ਆਪਸ ਵਿੱਚ ਮਿਲ ਜੁਲ ਕੇ ਜਿਹੜਾ ਵਾ ਉਹ ਅਸੀਂ ਇੱਕ ਮਸਲੇ ਦੇ ਉੱਤੇ ਮਸਲੇ ਨੂੰ ਹੱਲ ਕਿਵੇਂ ਕਰਾਉਣਾ ਵਾ, ਕਿਉਂਕਿ ਅੱਜ ਜੇ ਪ੍ਰੈਸ਼ਰ ਗਰੁੱਪ ਜਿਹੜਾ ਵਾ ਉਹ ਕਾਇਮ ਕਰਨ ਦੀ ਜ਼ਰੂਰਤ ਹੈ। ਤਾਂ ਇਹ ਜਿਹੜਾ ਵਾ ਜੇ ਫਤਿਹ ਜਥੇਬੰਦੀਆਂ ਆਪਣੀ ਵਿਚਾਰਧਾਰਕ ਜਿਹੜੀ ਵਖਰੇਵਾਂ ਲਾਂਭੇ ਕਰਕੇ ਇੱਕ ਗੋਲ ਦੇ ਉੱਤੇ ਇਕੱਠੀਆਂ ਹੋ ਸਕਦੀਆਂ ਨੇ, ਤੇ ਫਿਰ 10-15 ਫਾਰਮਰ ਜਿਹੜੇ ਆਪਸੀ ਜਿਹੜੇ ਇੱਕ ਸੁਭਾਅ ਦੇ ਨੇ, ਇੱਕ ਵਿਚਾਰਧਾਰਾ ਦੇ ਨੇ, ਇੱਕ ਸੋਚ ਦੇ ਨੇ, ਉਹ ਇਕੱਠੇ ਹੋ ਕੇ ਜਿਹੜੇ ਆਪਣੇ ਰਿਸੋਰਸ ਜਿਹੜਾ ਆਪਣੇ ਸਾਧਨ ਜਿਹੜੇ ਆ ਉਹ ਪੂਲ ਕਰਕੇ ਇਕੱਠੇ ਕਰਕੇ ਉਹਦੀ ਖੇਤੀ ਜਿਹੜੀ ਆ ਵਧੀਆ ਕਰ ਸਕਦੇ ਨੇ। ਉਹਨੂੰ ਆਪਾਂ ਸਹਿਕਾਰੀ ਖੇਤੀ ਆਪਾਂ ਉਹਨੂੰ ਕਹਿ ਦਿੰਦੇ ਆ,
ਜਿਵੇਂ ਕਿ ਅੱਜ ਜਿਹੜੀ ਆ ਤੁਹਾਡੀ ਅਮੂਲ ਆ, ਅਮੂਲ ਦਾ ਬੜਾ ਵੱਡਾ ਇੱਕ ਦੇਖੋ ਕਿ ਬੜਾ ਵੱਡਾ ਇੱਕ ਉਦਾਹਰਣ ਆ। ਇੱਕ ਕਿਦੋਂ ਮਤਲਬ ਕਿ ਉਹ ਜਿਹੜਾ ਵਾ ਇੱਕ ਛੋਟੇ ਜਿਹੇ ਥੋੜੇ ਡੇਅਰੀ ਫਾਰਮਰ ਤੋਂ ਸ਼ੁਰੂ ਕੀਤਾ ਤਾਂ ਅੱਜ ਥਰੂਆਊਟ ਵਰਲਡ ਜਿਹੜਾ ਵਾ ਉਹ ਫੈਲ ਚੁੱਕਾ ਅਮੂਲ ਦਾ ਬ੍ਰਾਂਡ ਜਿਹੜਾ ਵਾ। ਉਹ ਇਹ ਵੀ ਇੱਕ ਸਹਿਕਾਰੀ ਦਾ ਜਿਹੜਾ ਵਾ ਉਹ ਬੜਾ ਵੱਡਾ ਜਿਹੜਾ ਉਦਾਹਰਣ ਆ। ਮਿਲਕ ਫੈਡ ਆ, ਇਹ ਵੀ ਇੱਕ ਬੜੀ ਵੱਡੀ ਹੈਗੀ ਆ। ਸਾਡੇ ਪੰਜਾਬ ਦੇ ਵਿੱਚ PDF ਆ, ਪੰਜਾਬ ਡੇਅਰੀ ਫਾਰਮਰ ਐਸੋਸੀਏਸ਼ਨ ਆ, ਉਹ ਵੀ ਬੜੀ ਵੱਡੀ ਸਾਧਨ ਉਦਾਹਰਣ ਆ ਜਿਹੜੇ ਕਿ ਡੇਅਰੀ ਦੇ ਜਿਹੜੇ ਉਹ ਕੰਮ ਕਰ ਰਹੇ ਰਲ ਮਿਲ ਕੇ। ਸੋ ਇਸ ਕਰਕੇ ਜੋ ਕਿ ਸਮੇਂ ਦੇ ਵਿੱਚ ਸਹਿਕਾਰੀ ਖੇਤੀ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਮਹੱਤਤਾ ਵੱਧ ਗਈ ਹੈ ਜੀ। ਤੇ ਸਹਿਕਾਰੀ ਖੇਤੀ ਨੂੰ ਅਸੀਂ ਵਿਰਾਸਤੀ ਖੇਤੀ ਕਹਿ ਸਕਦੇ ਹਾਂ ਜੀ? ਬਿਲਕੁਲ, ਸਹਿਕਾਰੀ ਖੇਤੀ ਜਿਹੜੀ ਹੈ ਵਿਰਾਸਤੀ ਖੇਤੀ ਹੀ, ਕਿਉਂਕਿ ਪਹਿਲਾਂ ਜਿਹੜੇ ਸੀ ਸਾਂਝੇ ਪਰਿਵਾਰ ਹੀ ਆਪਸ ਵਿੱਚ ਸਾਂਝੀ ਸੱਥਾਂ ਦੇ ਵਿੱਚ ਬਹਿ ਕੇ ਜਿਹੜੇ ਸਲਾਹ ਕਰ ਲੈਂਦੇ ਸੀ। ਤੇ ਸਾਡੇ ਜਿਹੜੇ ਫਾਰਮਰ ਜਿਹੜੇ ਸੀ ਮਾਂਗੀ ਕਹਿੰਦੇ ਸੀ ਉਹਨੂੰ, ਜਾਂ ਹੱਲੇ ਕਹਿੰਦੇ ਸੀ ਵੀ ਮੈਂ ਕਿ ਮੂਸਲ ਬਣਨਾ ਵਾ, ਤੇ ਫਿਰ ਵੀ ਕਹਿਣਾ ਵੀ ਚਲੋ ਵੀ ਅੱਜ ਸਾਰੇ ਇਕੱਠੇ ਹੋ ਕੇ ਚੱਲ ਜੀਏ। ਜੇ ਕਿਸੇ ਨੇ ਬਿਜਾਈ ਕਰਨੀ ਹੈ ਤੇ ਆਪਾਂ ਸਾਰੇ ਜਿਹੜੇ ਹੱਲੇ ਜਿਹੜੇ ਸੀ ਉਹ ਇਕੱਠੇ ਹੋ ਚੱਲ ਜਾਂਦੇ ਸੀ। ਉਹੀ ਅਸਲੀ ਮਾਡਲ ਸੀ ਉਹਦਾ, ਜਿਹੜਾ ਸੀ ਜਿਹੜੇ ਖੇਤੀ ਦਾ ਸਰਟੀਫਿਕੇਟ ਹੁੰਦੇ। ਉਹ ਤੁਸੀਂ ਦੇਖੋ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਭਾਂਡੇ ਵੀ ਸਾਂਝੇ ਹੁੰਦੇ ਸੀ। ਵਿਆਹ ਹੋਣਾ ਤੇ ਵਿਆਹ ਭਾਂਡੇ ਵੀ ਜਿਹੜੇ ਇਕੱਠੇ ਕਰ ਲੈਣੇ ਆ, ਫਿਰ ਤੁਹਾਡੇ ਮੰਜੇ ਬਿਸਤਰੇ ਵੀ ਜਿਹੜੇ ਆ ਉਹ ਇਕੱਠੇ ਕਰ ਲੈਣੇ ਆ। ਇਹਦਾ ਮਤਲਬ ਕਿ ਉਹ ਖਰਚਾ ਜਿਹੜਾ ਹੀ ਵੱਡਾ ਜਾਂਦਾ ਸੀ। ਤੇ ਅੱਜ ਕੱਲ੍ਹ ਹਰੇਕ ਚੀਜ਼ ਜਿਹੜੀ ਆ ਉਹ ਚਮਚੇ ਤੋਂ ਲੈ ਕੇ ਤੇ ਜੇ ਦੇਖੀਏ ਤੇ ਹਰ ਇੱਕ ਚੀਜ਼ ਜਿਹੜੀ ਉਹ ਮਹਿੰਗੀ ਮੁੱਲ ਵਿਕਦੀ ਹੈ, ਮੁੱਲ ਵਿਕਦੀ ਪਈ ਆ। ਤੇ ਉਹ ਖਰਚੇ ਜਿਹੜੇ ਵੱਧ ਰਹੇ ਆ। ਸੋ ਇਸ ਕਰਕੇ ਜਿਹੜੀ ਇਹ ਜਿਹੜੀ ਵਿਰਾਸਤੀ ਜਿਹੜੀ ਆ ਖੇਤੀ ਜਿਹੜੀ ਆ ਸਹਿਕਾਰੀ ਖੇਤੀ ਵੱਲ ਮੁੜਨਾ ਹੀ ਪਊਗਾ। ਅਦਰਵਾਈਜ਼ ਜਿਹੜੀ ਆ ਕਾਰਪੋਰੇਟ ਜਿਹੜੀ ਤੁਹਾਡੇ ਘਰਾਣੇ ਜਿਹੜੇ ਆ ਉਹ ਵੇਖਦੇ ਪਏ ਆ ਵੀ ਇਹ ਕਿਵੇਂ ਜਿਹੜਾ ਵਾ ਇਹ ਚੀਜ਼ ਨੂੰ ਫਾਰਮਰ ਜਿਹੜਾ ਵਾ ਖੇਤੀ ਨੂੰ ਨਿਕਲ ਤੇ ਆਪਾਂ ਕਬਜ਼ਾ ਕਰੀਏ। ਸੋ ਅਸੀਂ ਜਿਹੜੀ ਵਿਰਾਸਤੀ ਖੇਤੀ ਦੀ ਗੱਲ ਕਰਦੇ ਹਾਂ, ਜੋ ਸਾਡੇ ਸੱਭਿਆਚਾਰ ਦੇ ਵਿੱਚ ਆਪਣਾਪਨ ਸੀ ਪੁਰਾਣੇ ਵਕਤਾਂ ਦੇ ਵਿੱਚ, ਜੇ ਉਹੀ ਮੁੜ ਤੋਂ ਅਸੀਂ ਸੁਰਜੀਤ ਕਰ ਲਈਏ ਅੱਜ ਦੇ ਸਮੇਂ ਦੇ ਵਿੱਚ ਵੀ ਸਹਿਕਾਰੀ ਖੇਤੀ ਦੇ ਰੂਪ ਦੇ ਵਿੱਚ, ਕੋਆਪਰੇਟਿਵ ਫਾਰਮਿੰਗ ਦੇ ਰੂਪ ਦੇ ਵਿੱਚ, ਉਵੇਂ ਹੀ ਸਾਰੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੇ ਹੋਣ, ਉਵੇਂ ਹੀ ਦੁੱਖ ਸੁੱਖ ਸਾਰਿਆਂ ਦਾ ਸਾਂਝਾ ਹੋਵੇ, ਸਾਂਝੀ ਵਾਲਤਾ ਹੋਵੇ, ਇਕੱਠੇ ਮਿਲ ਕੇ ਬੈਠਣ, ਜਿਵੇਂ ਪਰਿਵਾਰ ਵਿੱਚ ਬਹਿੰਦੇ ਸੀ ਪੁਰਾਣੇ ਸਮੇਂ ਦੇ ਵਿੱਚ, ਸੱਥ ਵਿੱਚ ਬਹਿੰਦੇ ਸੀ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਉਸ ਮਾਹੌਲ ਦੇ ਵਿੱਚ ਜਦੋਂ ਉਦਾਸੀਨਤਾ ਖਤਮ ਹੋ ਜਾਏਗੀ, ਇਕੱਲਾਪਨ ਖਤਮ ਹੋ ਜਾਏਗਾ, ਤਾਂ ਖੁਦਕੁਸ਼ੀਆਂ ਘਟਣਗੀਆਂ, ਸੁਇਸਾਈਡ ਘਟਣਗੇ ਜੋ ਕਰਜ਼ਿਆਂ ਕਰਕੇ ਕਿਸਾਨ ਕਰਦੇ ਨੇ? ਬਿਲਕੁਲ ਜੀ, ਕਿ ਬੜੀ ਵੱਡੀ ਗੱਲ ਹੈ ਕਿ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਵੀ ਸਾਡਾ ਜਿਹੜਾ ਵਾ ਜਿਹੜੇ ਮੰਨ ਲਓ ਕੋਈ ਬੰਦਾ, ਕੋਈ ਵੀ ਕਿਸਾਨ ਜਿਹੜਾ ਕੋਈ ਵੀ ਮਨੁੱਖ ਆ, ਉਹ ਕੋਈ ਵੀ ਗਲਤ ਕੰਮ ਕਦੋਂ ਉਠਾਉਂਦਾ ਜਦੋਂ ਉਹ ਇਕੱਲਾਪਨ ਜਿਹੜਾ ਮਹਿਸੂਸ ਕਰਦਾ ਆਪਣੇ ਚ, ਆਪਣੇ ਨੂੰ ਟੈਨਸ਼ਨ ਮਹਿਸੂਸ ਕਰਦਾ ਆਪਣੇ। ਤੇ ਜੇ ਆਪਾਂ ਅੱਜ ਦੇਖੀਏ ਤੇ ਸਾਡੇ ਪੁਰਾਣੇ ਸਮੇਂ ਦੇ ਵਿੱਚ ਵੀ ਸਾਂਝੀਆਂ ਥਾਵਾਂ ਦੇ ਉੱਤੇ ਬਹਿ ਕੇ, ਸੱਥਾਂ ਦੇ ਵਿੱਚ ਬਹਿ ਕੇ, ਆਮ ਕਰਕੇ ਜਿਹੜਾ ਕਿਸਾਨ ਹੀ ਵਿਹਲੇ ਸਮੇਂ ਦੇ ਵਿੱਚ ਬਹਿ ਕੇ ਆਪਣੀ ਜਿਹੜੀ ਸਮੱਸਿਆ ਹੁੰਦੀਆਂ ਸੀ ਉਹ ਵਿਚਾਰ ਜਿਹੜੀ ਚਰਚਾ ਕਰ ਲੈਂਦੇ ਸੀ। ਉਹਦੇ ਵਿੱਚ ਕਈ ਤਰ੍ਹਾਂ ਦੇ ਮਸਲੇ ਜਿਹੜੇ ਹੱਲ ਹੋ ਜਾਂਦੇ ਸੀ, ਕਿਉਂਕਿ ਹਰੇਕ ਬੰਦਾ ਜਿਹੜਾ ਵਾ ਉਹ ਕਿਸੇ ਨਾ ਕਿਸੇ ਦਾ ਤਜਰਬਾ ਹੁੰਦਾ ਵਾ ਕਿ ਮੈਂ ਇਸ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਹੈ, ਤੇ ਉਹ ਜਿਹੜਾ ਆਪਣੇ ਵਿੱਚ ਬੜਾ ਬੜਾ ਹੋ ਜਾਂਦਾ ਸੀ। ਜੇਕਰ ਆਪਾਂ ਅਜੋਕੇ ਸਮੇਂ ਦੇਖੀਏ ਤੇ ਇਹ ਜਿਹੜਾ ਅੱਜ ਅੰਦੋਲਨ ਚੱਲਿਆ ਵਾ 32 ਜਥੇਬੰਦੀਆਂ ਦਾ, ਇਹਦੇ ਵਿੱਚ ਸਾਨੂੰ ਬੜਾ ਵੱਡਾ ਸਬਕ ਮਿਲਦਾ ਕਿ ਜੇ ਅਸੀਂ ਆਪਣਾਪਣ ਉੱਥੇ ਜਿਹੜਾ ਮਹਿਸੂਸ ਹੁੰਦਾ ਪਿਆ ਸੀ ਵੀ ਜੇ ਅਸੀਂ ਰੋਟੀ ਬਣਾਉਂਦੇ ਪਏ ਸਾਰਿਆਂ ਵਾਸਤੇ ਇਕੱਠੀ ਬਣਾ ਰਹੇ ਆ, ਜੇ ਉਹਦੇ ਚ ਕੋਈ ਦੁੱਖ ਸੁੱਖ ਹੋ ਗਿਆ ਤੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਜਿਹੜੇ ਉਹ ਸਾਰੇ ਇਕੱਠੇ ਹੋ ਰਹੇ ਆ। ਸੋ ਇਸੇ ਤਰ੍ਹਾਂ ਜਿਹੜਾ ਵਾ ਜੇ ਅਸੀਂ ਪਿੰਡ ਦੇ ਵਿੱਚ ਵੀ ਆਪਾਂ ਇਸ ਕੰਮ ਨੂੰ ਉਤਸ਼ਾਹਿਤ ਕਰੀਏ ਵੀ ਆਪਾਂ ਬਹਿ ਕੇ ਜਿਹੜਾ ਵਾ ਉਹ ਮਸਲੇ ਜਿਹੜਾ ਹੱਲ ਕਰੀਏ, ਬਜਾਏ ਕਿ ਆਪਾਂ ਜੇ ਮੰਨ ਲਓ ਅਸੀਂ ਕੋਈ ਵੀ ਝਗੜਾ ਹੋ ਜਾਂਦਾ, ਕੋਈ ਸਮੱਸਿਆ ਆਈਦੀ ਆ, ਜੇ ਆਪਾਂ ਥਾਣੇ ਜਾਵਾਂਗੇ ਤੇ ਉੱਥੇ ਵੀ ਇਹੀ ਕੁਝ ਹੋਣਾ, ਰਾਜੀਨਾਮਾ ਵੀ ਹੋਣਾ, ਉਹ ਪੈਸੇ ਲੱਗਣਗੇ ਤੇ ਬਾਅਦ ਵਿੱਚ ਕੀ ਹੋਊਗਾ ਕਿ ਉਹ ਆਪਸ ਵਿੱਚ ਜਿਹੜੀ ਆ ਉਹ ਫ੍ਰਿਕਸ਼ਨ ਜਿਹੜੀ ਉਹ ਵਧੇਗੀ। ਜੇਕਰ ਅਸੀਂ ਆਪਸ ਵਿੱਚ ਮਿਲ ਜੁਲ ਕੇ ਕੋਈ ਮਸਲੇ ਹੱਲ ਕਰ ਲਈਏ ਤੇ ਉਹ ਜਿਹੜੀ ਟੈਨਸ਼ਨ ਵੀ ਬੰਦੇ ਤੋਂ ਦੂਰ ਹੋਏਗੀ ਤੇ ਜਿਹੜਾ ਆਪਣਾਪਨ ਜਿਹੜਾ ਉਹ ਵੀ ਮਹਿਸੂਸ ਹੋਏਗਾ। ਤੇ ਜਿਹੜਾ ਫਾਰਮਰ ਜਿਹੜਾ ਟੈਨਸ਼ਨ ਦੇ ਵਿੱਚ ਆ, ਡਿਪਰੈਸ਼ਨ ਦੇ ਵਿੱਚ ਆ, ਉਹ ਵੀ ਆਪਣੇ ਆਪ ਨੂੰ ਰਿਲੀਫ ਕਰੂਗਾ ਤੇ ਇਹ ਫਿਰ ਜਿਹੜੀ ਸੁਸਾਈਡ ਦਾ ਬੰਦਾ ਜਾਂਦਾ ਵਾ ਤੇ ਉਹਨੂੰ ਵੀ ਜਿਹੜਾ ਵਾ ਉਹ ਤੋਂ ਜਿਹੜਾ ਵਾ ਉਹ ਮਤਲਬ ਕਿ ਜਿਹੜਾ ਹਟ ਸਕਦਾ ਵਾ। ਇਹ ਜਿਹੜਾ ਆਪਣਾਪਨ ਜਿਹੜਾ ਵਾ ਉਹ ਪੁਰਾਣੀ ਉਹ ਬਹੁਤ ਜ਼ਰੂਰੀ ਆ ਕਿ ਆਪਸ ਵਿੱਚ ਬਹਿ ਕੇ, ਆਪਸ ਵਿੱਚ ਮਿਲ ਵਰਤਨ ਕਰਕੇ ਅਸੀਂ ਖੇਤੀਬਾੜੀ ਵੀ ਕਰੀਏ ਤੇ ਨਾਲ ਜਿਹੜੀ ਆ ਆਪਣੇ ਸਮੱਸਿਆ ਜਿਹੜੀਆਂ ਨੇ ਉਹ ਵੀ ਆਪਾਂ ਬਹਿ ਕੇ ਜਿਹੜੀਆਂ ਨੇ ਉਹਨੂੰ ਹੱਲ ਕਰੀਏ। ਤੇ ਜਿਹੜਾ ਇਹ ਕਰਜ਼ਿਆਂ ਦਾ ਅਸਰ ਕੋੜ ਪਿਆ ਹੋਇਆ ਆਪਣੇ ਪੰਜਾਬ ਦੇ ਵਿੱਚ ਕਿਸਾਨਾਂ ਉੱਤੇ, ਕਰਜ਼ੇ ਹੀ ਕਰਜ਼ੇ ਨੇ, ਇਹਨਾਂ ਤੋਂ ਕਿਵੇਂ ਛੁਟਕਾਰਾ ਮਿਲੇ? ਉਹਦੇ ਵਿੱਚ ਵੀ ਸੇਮ ਹੀ ਆਈਦੇ ਕਿ ਜੇਕਰ ਅਸੀਂ ਖੇਤੀਬਾੜੀ ਦੇ ਕਿਤੇ ਨੂੰ ਜਿਹੜਾ ਜੇ ਆਪਾਂ ਅਸੀਂ ਕਰਨਾ ਚਾਹੁੰਦੇ ਤੇ ਫਿਰ ਸਾਨੂੰ ਜਿਹੜਾ ਨਾਲ ਕੋਈ ਨਾ ਕੋਈ ਸਹਾਇਕ ਕਿੱਤਾ ਬਣਾਉਣਾ ਪਊਗਾ, ਚਾਹੇ ਉਹ, ਕਿਉਂਕਿ ਜੇ ਆਪਾਂ ਕਣਕ ਝੋਨੇ ਤੇ ਲਵਾਂਗੇ ਤੇ ਉਹ ਸਾਨੂੰ ਜਿਹੜਾ ਵਾ ਵਾਇਬਲ ਨਹੀਂ ਆਪਾਂ ਕਹਿ ਸਕਦੇ ਉਹਨੂੰ। ਉਹਦੇ ਨਾਲ ਜਿਹੜਾ ਵਾ ਸਹਾਇਕ ਕਿੱਤਾ ਵਾ, ਚਾਹੇ ਮੁਰਗੀ ਪਾਲਣ ਹੈ, ਚਾਹੇ ਸ਼ਹਿਦ ਪਾਲਣ ਜਾਂ ਮੱਖੀਆਂ ਪਾਲਣ ਨੇ, ਕਿਉਂਕਿ ਜਿਹੜੀ ਡੇਲੀ ਜਿਹੜੀ ਸਾਡੀ ਆਮਦਨ ਜਿਹੜੀ ਕੁਛ ਨਾ ਕੁਛ ਆਉਂਦੀ ਰਹੇ ਤੇ ਤਾਂ ਕਿ ਜਿਹੜਾ 6 ਮਹੀਨਿਆਂ ਬਾਅਦ ਕੋਈ ਪੈਸਾ ਆਉਣਾ ਵਾ ਝੋਨੇ ਕਣਕ ਤੋਂ ਉਹਦੇ ਨਾਲ ਬਚ ਸਕੇ। ਇਸ ਤਰ੍ਹਾਂ ਜਿਹੜੀ ਸੈਲਫ ਮਾਰਕੀਟਿੰਗ ਜਿਹੜੀ ਆ ਉਹਨੂੰ ਕਰਨੀ ਪਏਗੀ। ਜੇਕਰ ਅਸੀਂ ਮਤਲਬ ਕਿ ਨਵੀਂ ਚੀਜ਼ ਉਗਾਉਂਦੇ ਆ, ਜੇ ਪੈਦਾ ਕਰਦੇ ਆ ਤੇ ਉਹਦੀ ਸੈਲਫ ਮਾਰਕੀਟਿੰਗ ਜਿਹੜੀ ਖਪਤਕਾਰ ਤੱਕ ਕਿਵੇਂ ਪਹੁੰਚਾਉਣਾ ਵਾ, ਕਿਉਂਕਿ ਅਸੀਂ ਜੇ ਮੰਡੀ ਜਾਂਦੇ ਆ ਤੇ ਮੰਡੀ ਚ ਸਬਜ਼ੀ ਜਿਹੜੀ 2 ਰੁਪਏ ਕਿਲੋ ਵਿਕਦੀ ਆ, ਉਹੀ ਜਿਹੜੀ ਤੁਹਾਡੀ ਦੁਕਾਨ ਤੇ ਰੇਹੜੀ ਦੇ ਉੱਤੇ ਉਹ 10 ਰੁਪਏ ਵਿਕਦੀ ਆ। ਉਹ ਇਨ ਬਿਟਵੀਨ ਜਿਹੜਾ ਪੈਸਾ ਜਿਹੜਾ ਵਾ ਉਹ
ਸਾਡੇ ਕਿਸਾਨ ਤੱਕ ਪਹੁੰਚਣਾ ਚਾਹੀਦਾ ਵਾ। ਤੇ ਉਹਦੇ ਵਾਸਤੇ ਇਹ ਕਿ ਸੈਲਫ ਮਾਰਕੀਟਿੰਗ ਜਿਹੜੀ ਆ, ਕੋਆਪਰੇਟਿਵ ਮਾਰਕੀਟਿੰਗ ਜਿਹੜੀ ਆ, ਉਹ ਇਹਦੇ 'ਚ ਵਧੀਆ ਰੋਲ ਅਦਾ ਕਰ ਸਕਦੀ ਹੈ। ਵੀ ਆਪਾਂ ਜੇ ਅਸੀਂ 5-10 ਜ਼ਿਮੀਂਦਾਰ ਰਲ ਕੇ ਸਾਂਝੀ ਵਿਚਾਰਧਾਰਾ ਰਲ ਕੇ ਹਰੇਕ ਜਿਹੜਾ ਵਾ ਉਹ ਕੋਈ ਦਾਲਾਂ ਬੀਜ ਲਵੇ, ਕੋਈ ਗੁੜ ਪੈਦਾ ਕਰ ਲਵੇ, ਸਬਜ਼ੀਆਂ ਪੈਦਾ ਕਰ ਲਵੇ, ਉਹ ਜਿਹੜਾ ਵਾ ਆਪਣੀ ਮਾਰਕੀਟਿੰਗ ਜਿਹੜੀ ਆ ਉਹ ਆਪ ਕਰੇ। ਕਿਉਂਕਿ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਤਾਂ ਹਰੇਕ ਚੀਜ਼ ਨੂੰ ਦਾਲਾਂ ਵੀ ਚਾਹੀਦੀਆਂ ਨੇ, ਸਬਜ਼ੀਆਂ ਵੀ ਚਾਹੀਦੀਆਂ ਨੇ। ਤੇ ਜੇਕਰ ਅਸੀਂ ਉਹ ਆਪ ਮਾਰਕੀਟਿੰਗ ਕਰ ਲੂਗਾ, ਉਹਨੂੰ ਆਮਦਨ ਜਿਹੜੀ ਵਧੇਗੀ ਤੇ ਉਹਦਾ ਜਿਹੜਾ ਵਾ ਬਹੁਤ ਜ਼ਿਆਦਾ ਫਰਕ ਪਏਗਾ। ਉਹਦਾ ਜਿਹੜਾ ਸਾਡੀ ਜਿਹੜੀ ਆ ਉਹ ਕਈ ਸਮੱਸਿਆ ਜਿਹੜੀ ਹੱਲ ਹੋ ਜਾਣਗੀ। ਸਾਡੇ ਕੋਲ ਹੁਣ ਅਜੋਕੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਗਾਂਹ ਆ ਰਹੇ ਆ, ਜਿਹੜੇ ਸਾਡੀ ਜਿਹੜੇ ਆ ਉਹ ਦਾਲਾਂ ਦੀ ਪੈਕਿੰਗ ਕਰਕੇ, ਕੁੰਭਾਂ ਦੀ ਜਿਹੜੀ ਆ ਆਕਸੀਜਨ ਦੇ ਵਿੱਚ ਪੈਦਾ ਕਰਕੇ, ਗੁੜ ਪੈਦਾ ਕਰਕੇ, ਇਸ ਤਰ੍ਹਾਂ ਜਿਹੜਾ ਵਾ ਉਹ ਐਗ ਦੀ ਜਿਹੜੀ ਸਾਡੀ ਮੁਰਗੀ ਪਾਲਣ ਦਾ ਕੀਤਾ ਵਾ, ਸੂਰ ਪਾਲਣ ਦਾ ਕੀਤਾ ਵਾ, ਡੇਅਰੀ ਫਾਰਮ ਦਾ ਕੀਤਾ ਵਾ, ਇਹਦੇ ਵਿੱਚ ਉਹਦੀ ਪ੍ਰੋਸੈਸਿੰਗ ਕਰਕੇ ਤੇ ਖੁਦ ਜਿਹੜੀ ਆ ਉਹ ਪੈਕਿੰਗ ਕਰਕੇ, ਗ੍ਰੇਡਿੰਗ ਕਰਕੇ ਉਹ ਜਿਹੜੀ ਸਾਡੀ ਆ ਉਹ ਜਿਹੜਾ ਵਾ ਉਹ ਖਪਤਕਾਰਾਂ ਦਾ ਸਿੱਧਾ ਜਾ ਰਿਹਾ। ਕਾਫੀ ਖੁਸ਼ਹਾਲ ਵੀ ਹੋ ਰਹੇ ਨੇ। ਇਹ ਹੈ ਕਿ ਉਹਨੂੰ ਜਿਹੜਾ ਵਾ ਉਹਨੂੰ ਲਾਰਜ ਸਕੇਲ ਤੇ ਕਰਨਾ ਪਊਗਾ। ਜਿਹੜੇ ਫਾਰਮਰ ਨੂੰ ਜ਼ਿਆਦਾ ਐਕਸਪਲੋਰ ਕਰਨਾ ਪਊਗਾ ਕਿ ਜੇਕਰ ਇਹ ਕਿਸਾਨ ਜਿਹੜੇ ਆ ਉਹ ਕਾਮਯਾਬ ਹੋ ਸਕਦੇ ਆ, ਫਿਰ ਉਹਦੇ ਕਿਉਂ ਨਹੀਂ ਹੋ ਸਕਦੇ। ਸਾਨੂੰ ਉਹ ਇੱਕ ਸਫਲ ਕਹਾਣੀਆਂ ਨੇ ਉਹ ਕਿਸਾਨਾਂ ਤੱਕ ਜਿਹੜੀਆਂ ਪਹੁੰਚਾਉਣੀਆਂ ਪੈਣਗੀਆਂ। ਸੋ ਇਹਦੇ ਕਰਕੇ ਜਿਹੜਾ ਵਾ ਉਹ ਸਾਰਾ ਜਿਹੜੇ ਸਮੱਸਿਆਵਾਂ ਜਿਹੜੀਆਂ ਬੇਸਿਕ ਸਮੱਸਿਆਵਾਂ ਨੇ ਉਹਨਾਂ ਨੂੰ ਆਪਾਂ ਹੱਲ ਕਰ ਸਕਦੇ, ਜਿਹੜੀ ਕੋਈ ਸਮੱਸਿਆ ਨਹੀਂ ਹੈਗੀ। ਜੀ, ਹੁਣ ਅਸੀਂ ਪ੍ਰੋਗਰਾਮ ਦੇ ਅੰਤ ਦੇ ਵਿੱਚ ਤੁਹਾਡੇ ਕੋਲੋਂ ਇੱਕ ਜਾਣਨਾ ਚਾਹਾਂਗੇ ਕਿ ਜਿਹੜਾ ਇਹ ਕੋਆਪਰੇਟਿਵ ਫਾਰਮਿੰਗ ਹੈ, ਸਹਿਕਾਰੀ ਖੇਤੀ ਹੈ, ਇਹਦਾ ਮਾਡਲ ਕੀ ਹੈ, ਇਹਦਾ ਵਿਕਾਸ ਮਾਡਲ ਕੀ ਹੈ, ਬਰੀਫ ਦੇ ਵਿੱਚ ਸਾਨੂੰ ਉਹ ਦੱਸ ਦਿਓ ਤੇ ਉਹ ਕਿਸਾਨਾਂ ਵਾਸਤੇ ਕਿਸ ਤਰ੍ਹਾਂ ਫਾਇਦੇਮੰਦ ਹੋ ਸਕਦਾ ਹੈ ਪੂਰੇ ਭਾਰਤ ਦੇ ਵਿੱਚ। ਦੇਖੋ, ਜਿੰਨੀ ਵੀ ਅਸੀਂ ਖੇਤੀਬਾੜੀ ਵਿੱਚ ਇੱਕ ਕਹਿੰਦੇ ਆ ਕਿ ਜੇਕਰ ਜਿਹੜਾ ਕਿਸਾਨ ਜਿਹੜਾ ਵਾ ਉਹ ਹਰ ਇੱਕ ਚੀਜ਼ ਜਿਹੜੀ ਆ ਉਹ ਪਰਚੂਨ ਵਿੱਚ ਖਰੀਦਦਾ ਵਾ ਤੇ ਹੋਲਸੇਲ ਦੇ ਵਿੱਚ ਜਿਹੜਾ ਵਾ ਉਹ ਵੇਚਦਾ ਵਾ, ਤੇ ਉਹਦੀ ਜਿਹੜੀ ਪੈਦਾਵਾਰ ਜਿਹੜੀ ਸਾਡੀ ਉਤਪਾਦਨ ਜਿਹੜੀ ਖਾਤੀ ਲਾਗਤ ਖਰਚੇ ਜਿਹੜੇ ਵੱਧਦੇ ਆ। ਹੁਣ ਕੀ ਆ ਕਿ ਜੇਕਰ ਅਸੀਂ ਉਹਨੂੰ ਇੱਕ 8-10 ਫਾਰਮਰ ਜਿਹੜੇ 20 ਫਾਰਮਰ ਜਿੰਨੇ ਵੀ ਹੋ ਸਕਦੇ ਆ, ਕਿਉਂਕਿ ਆਮ ਕਰਕੇ ਫਾਰਮਰ ਜੇ ਆਪਾਂ ਸਹਿਕਾਰੀ ਖੇਤੀ ਦੀ ਗੱਲ ਕਰਦੇ ਆ ਤੇ ਉਹ ਕਹੂਗਾ ਯਾਰ ਦੋ ਭਰਾ ਨਹੀਂ ਇਕੱਠੇ ਹੋ ਸਕਦੇ, ਤੁਸੀਂ ਕਿਤੇ ਆਪਣੇ ਕਿਸਾਨ ਕਿੱਦਾਂ ਇਕੱਠੇ ਹੋ ਸਕਦੇ ਆ। ਪਰ ਮੇਰਾ ਖਿਆਲ ਯਾਰੀ ਦੋਸਤੀ ਵੀ ਹਨ ਜਿਹੜੇ ਆਪਣੇ ਜਿਹੜੇ ਵਿਚਾਰ ਜਿਹਦੇ ਨਾਲ ਰਲਦੇ ਹੁਣ ਸੋਚ ਰਲਦੀ ਹੋਵੇ ਉਹਦੇ ਨਾਲ ਬੜੀ ਜਲਦੀ ਪੈ ਜਾਂਦੀ ਆ। ਕਿਉਂਕਿ ਜਿਹੜਾ ਜੇ ਤਾਂ ਖੇਡਣ ਵਾਲੇ ਬੰਦੇ ਮਿਲਣਗੇ, ਜੇ ਕੋਈ ਸ਼ਰੀਫ ਬੰਦਾ ਸ਼ਰੀਫ ਵਾਲੇ ਨਾਲ ਹੀ ਉਹਦੀ ਦੋਸਤੀ ਹੋਏਗੀ, ਜੇ ਕੋਈ ਚੋਰ ਆ ਤੇ ਚੋਰ ਸਾਰੇ ਉਹਨੂੰ ਚੋਰ ਹੀ ਮਿਲਣਗੇ। ਸੋ ਇਸ ਕਰਕੇ ਜਿਹੜੇ ਫਾਰਮਰ ਜਿਹੜੇ ਹਨ ਜਿਹੜੇ ਨੇ ਉਹ 10-12 ਆਪਣੀ ਸੋਚ ਦੇ ਬੰਦੇ ਇਕੱਠੇ ਕਰਕੇ ਉਹਦੀ ਜਿਹੜੀ ਆ ਉਹ ਆਪਣੀ ਜਿਹੜੀ ਪਲੈਨਿੰਗ ਉਹ ਕਰੀਏ ਵੀ ਆਪਾਂ ਇਹਨੂੰ ਪੈਦਾ ਕੀ ਕਰਨਾ, ਉਹਦੀ ਮਾਰਕੀਟਿੰਗ ਕਿਵੇਂ ਕਰਨੀ ਹੈ। ਉਹਦੇ ਵਿੱਚ ਜਿਹੜਾ ਵਾ ਉਹ ਹੋ ਸਕਦਾ ਵਾ। ਫਿਰ ਤੁਹਾਡੀ ਜਿਹੜੀਆਂ ਖਾਦਾਂ ਨੇ, ਦਵਾਈਆਂ ਨੇ, ਉਹਨੂੰ ਆਪਾਂ ਜੇ ਮੰਨ ਲਓ ਇੱਕ ਫਾਰਮਰ ਜਿਹੜਾ ਵਾ ਉਹ 5 ਏਕੜ ਦੀ ਖਰੀਦ ਕਰਦਾ ਵਾ ਤੇ ਉਹ ਜਿਹੜਾ ਦੁਕਾਨਦਾਰ ਕੋਲ ਜਾਏਗਾ ਤੇ ਦੁਕਾਨਦਾਰ ਕੋਲ ਉਹਨੇ ਸਮਾਂ ਲੱਗਣਾ, ਉਹਨੇ ਟਾਈਮ ਲੱਗਣਾ ਵਾ, ਤੇ ਉਹ ਜਿਹੜਾ ਖਰਚੇ ਪਊਗਾ ਕੋਈ ਟਰਾਲੀ ਤੇ ਜਾਊਗਾ, ਕੋਈ ਟਰੈਕਟਰ ਤੇ ਜਾਊਗਾ। ਤੇ ਜੇਕਰ ਅਸੀਂ 10 ਫਾਰਮਰ ਵਾਸਤੇ 15 ਫਾਰਮਰ ਵਾਸਤੇ ਇਕੱਠੀ ਚੀਜ਼ ਖਰੀਦ ਲਈਏ ਤੇ ਉਹ ਜਿਹੜਾ ਦੁਕਾਨਦਾਰ ਆ ਉਹ ਇੱਕ ਤਾਂ ਚੀਜ਼ ਵਧੀਆ ਦਊਗਾ ਤੇ ਕਿਹੜਾ ਵਾ ਉਹਨੂੰ ਜਿਹੜੀ ਆ 5 ਰੁਪਏ ਘੱਟ ਵੀ ਕਰ ਸਕਦਾ, ਬਾਰਗੇਨਿੰਗ ਪਾਰੇ ਬੋਲੂਗੀ। ਜੇਕਰ 10-12 ਫਾਰਮਰ ਜਿਹੜੇ ਆ ਜਿਹੜੇ ਮਤਲਬ ਕਿ ਗਰੁੱਪ ਦੇ ਵਿੱਚ ਸੰਗਠਿਤ ਹੋ ਕੇ ਆਪਣੀ ਜਿਹੜੀ ਪੈਦਾਵਾਰ ਜਿਹੜੀ ਆ, ਜੇ ਮੰਨ ਲਓ ਕਿ ਇੱਕ ਕੋਲ 5 ਕਿੱਲੇ ਬਾਸਮਤੀ ਆ, ਕਿਸੇ ਕੋਲ 2 ਕਿੱਲੇ ਆ, ਕਿਸੇ ਕੋਲ 3 ਕਿੱਲੇ ਆ, ਟੋਟਲ 50 ਕਿੱਲੇ ਹੋ ਗਈ, ਤੇ ਆਪਾਂ ਕਿਸੇ ਵੀ ਦੂਰ ਦਰਾਡੇ ਮੰਡੀ ਵਿੱਚ ਲਿਜਾ ਕੇ ਉਹਨੂੰ ਵੱਧ ਰੇਟ ਤੇ ਵੇਚ ਸਕਦੇ ਆ। ਕਿਉਂਕਿ ਮੈਂ ਦੇਖਿਆ ਕਿ ਬਹੁਤ ਵਾਰ ਜਿਹੜੇ ਲਾਗਲੇ ਮੰਡੀ ਹੁੰਦੀ ਆ ਉੱਥੇ ਘੱਟ ਰੇਟ ਮਿਲਦਾ ਵਾ, ਜਦੋਂ ਕਿਸੇ ਆਪਾਂ 2-3 ਮੰਡੀ ਪੁੱਛ ਲਈ ਤਾਂ ਜਿਹੜਾ ਉਹ ਫਾਇਦਾ ਹੋ ਜਾਂਦਾ ਵਾ। ਤਾਂ ਉਹ ਦੂਰ ਜਾ ਕੇ ਵੀ ਜਿਹੜਾ ਵਾ ਅਸੀਂ ਮੰਡੀ ਜਿਹੜਾ ਵਾ ਉਹ ਕਰ ਸਕਦੇ ਆ। ਇਸ ਤਰ੍ਹਾਂ ਜਿਹੜੀ ਸਾਡੀ ਮਸ਼ੀਨਰੀ ਆ ਉਹਦੀ ਪੂਰੀ ਕਰ ਸਕਦੇ ਆ। ਜੇ ਮੰਨ ਲਓ ਇੱਕ ਬੰਦੇ ਕੋਲ 5 ਕਿੱਲੇ ਆ ਤੇ ਉਹ ਵੀ ਇੱਕ ਟਰੈਕਟਰ ਆ, 20 ਕਿੱਲੇ ਕੋਲ ਵੀ ਇੱਕ ਟਰੈਕਟਰ ਆ, ਆਪਾਂ ਟਰੈਕਟਰ ਦੀ ਗਿਣਤੀ ਘਟਾ ਸਕਦੇ ਆ। ਆਪਾਂ ਰੋਟਾਵੇਟਰ ਆ ਜਾਂ ਹੈਪੀ ਸੀਡਰ ਆ, ਸੁਪਰ ਸੀਡਰ ਆ, ਉਹ ਜਿਹੜਾ ਗਰੁੱਪ ਦੇ ਵਿੱਚ ਖਰੀਦ ਕੇ ਉਹਦੀ ਵਰਤੋਂ ਜਿਹੜੀ ਵਧੀਆ ਕਰ ਸਕਦੇ ਆ। ਇਸ ਤਰ੍ਹਾਂ ਜਿਹੜੀ ਤੁਹਾਡੀ ਲੋਨ ਦੀ ਗੱਡੀ ਹੈ ਕਿ ਉਹਦੇ ਵਿੱਚ ਕੀ ਹੈ ਕਿ ਇੱਕ ਬੈਂਕ ਦੇ ਵਿੱਚ ਸਾਂਝਾ ਖਾਤਾ ਖੁਲਾ ਕੇ ਉਹਦੇ ਵਿੱਚ ਕੀ ਸੈਲਫ ਹੈਲਪ ਗਰੁੱਪ ਜਿਹੜੇ ਆ ਜਾਂ ਐਫਪੀਓ ਆ, ਉਹਨੂੰ ਜਿਹੜਾ ਵਾ ਅਸੀਂ ਡੇਲੀ ਹਰ ਮਹੀਨੇ ਜਿਹੜਾ ਵਾ ਉਹਦੇ ਵਿੱਚ ਕੁਛ ਜਿਹੜੀ ਸੇਵਿੰਗ ਜਿਹੜੀ ਬੱਚਤ ਜਿਹੜੀ ਆ ਉਹ ਕਰ ਸਕਦੇ ਆ। ਤੇ ਬੱਚਤ ਵਿੱਚ ਜਿਹੜੀ ਆ ਉਹ ਜਿਹੜੇ ਪੈਸੇ ਇਕੱਠੇ ਹੋਏ ਆ ਉਹ ਤੋਂ ਇੰਟਰਲੋਨਿੰਗ ਕਰ ਸਕਦੇ ਆ, ਆਪਣੇ ਵਿੱਚ ਉਹਨੂੰ ਲੋਨ ਦੇ ਸਕਦੇ ਆ ਵਾਜਬ ਦਰ ਦੇ ਉੱਤੇ ਜਿਹੜਾ ਵਿਆਜ ਲੈ ਕੇ। ਉਹਦੇ ਅੱਗੇ ਉਹ ਆ ਕਿ ਜਿਹੜਾ ਵਾ ਉਹ ਆਪਣਾ ਬੈਂਕ ਖੁਦ ਬਣ ਜੂਗਾ ਤੇ ਉਹ ਜਿਹੜਾ ਵਾ ਇੱਕ ਫਾਈਨੈਂਸ਼ੀਅਲ ਦੇ ਤੌਰ ਤੇ ਜਿਹੜਾ ਵਾ ਉਹ ਉਹਦੀ ਜਿਹੜੀ ਆ ਉਹ ਨਿਰਭਰਤਾ ਜਿਹੜੀ ਆ ਘਟੂਗੀ, ਕਿਸੇ ਦੇ ਉੱਤੇ ਆੜ੍ਹਤੀ ਦੇ ਉੱਤੇ ਘਟੂਗੀ। ਤਾਂ ਆਪਣੀ ਜਿਹੜੀ ਆ ਜਦੋਂ ਵੀ ਲੋੜ ਪੈਂਦੀ ਆ ਤੇ ਉਸ ਬੈਂਕ ਦੇ ਵਿੱਚ ਉਸ ਖਾਤੇ ਦੇ ਵਿੱਚੋਂ ਪੈਸੇ ਕਢਾ ਕੇ ਤੇ ਉਹ ਜਿਹੜਾ ਜਿਹਨੂੰ ਵੀ ਜ਼ਰੂਰਤ ਆ ਉਹਨੂੰ ਆਪਾਂ ਦੇ ਸਕਦੇ ਆ। ਸੋ ਇਸ ਤਰ੍ਹਾਂ ਕਰਕੇ ਜਿਹੜਾ ਵਾ ਅਸੀਂ ਕਾਫੀ ਕੰਮ ਕਰ ਸਕਦੇ ਆ। ਇਸ ਤਰ੍ਹਾਂ ਜਿਹੜੀ ਤੁਹਾਡੀ ਖੇਤੀ ਦੇ ਵਿੱਚ ਮਜ਼ਦੂਰ ਆ ਤੇ ਮੰਨ ਲਓ ਕਿਸੇ ਕੋਲ 2 ਆ, ਕਿਸੇ ਕੋਲ 3 ਆ, ਕਿਸੇ ਕੋਲ 4 ਆ, ਤੇ ਆਪਾਂ ਮਜ਼ਦੂਰ ਵੀ ਜਿਹੜੇ ਪੂਲ ਕਰਕੇ ਲੇਬਰ ਵੀ ਪੂਲ ਕਰਕੇ ਜਿਹੜਾ ਵਾ ਆਪਸ ਵਿੱਚ ਜਿਹੜੇ ਵਾ ਮਸਲੇ ਜਿਹੜੇ ਹੱਲ ਕਰ ਸਕਦੇ ਆ, ਖੇਤੀ ਵਧੀਆ ਕਰ ਸਕਦੇ ਆ, ਖੇਤੀ ਲਾਗਤ ਘਟਾ ਸਕਦੇ ਆ ਤੇ ਆਮਦਨ ਆਪਣੀ ਜਿਹੜੀ ਵਧਾ ਸਕਦੇ ਆ।
ਇਸ ਤਰ੍ਹਾਂ ਜਿਹੜੀ ਆ ਉਹ ਕਾਫੀ ਸਮੱਸਿਆ ਜਿਹੜੀ ਹੱਲ ਹੋ ਸਕਦੀ ਜੀ ਮਤਲਬ ਇਹ ਹੈ ਕਿ ਕਿਸਾਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਅੰਤ ਹੋ ਸਕਦਾ ਹੈ ਜੋ ਇਹ ਛੋਟੇ-ਛੋਟੇ ਗਰੁੱਪ ਬਣਾ ਕੇ ਇੱਕ ਪਰਿਵਾਰ ਦੀ ਤਰ੍ਹਾਂ ਸਹਿਕਾਰੀ ਖੇਤੀ ਸ਼ੁਰੂ ਕਰਨ, ਕੋਆਪਰੇਟਿਵ ਫਾਰਮਿੰਗ ਸ਼ੁਰੂ ਕਰਨ ਤਾਂ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਮਿਲ ਸਕਦਾ ਹੈ ਤਾਂ ਕਿਸਾਨੀ ਜਿਹੜੀ ਹੈ ਉन्नत ਹੋ ਸਕਦੀ ਹੈ ਔਰ ਵਿਕਾਸਸ਼ੀਲ ਹੋ ਸਕਦੀ ਹੈ। ਠੀਕ ਹੈ ਸਰ ਬਿਲਕੁਲ ਜੀ, ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਚਰਚਾ ਦਾ ਹਿੱਸਾ ਬਣੇ ਤੇ ਸਾਨੂੰ ਇਹ ਗਾਈਡਲਾਈਨਸ ਦਿੱਤੀਆਂ ਜੋ ਸਾਡੇ ਕਿਸਾਨ ਵੀਰਾਂ ਵਾਸਤੇ ਫਾਇਦੇਮੰਦ ਸਾਬਿਤ ਹੋ ਸਕਦੀਆਂ ਨੇ। ਆਲ ਦਾ ਬੈਸਟ, ਥੈਂਕ ਯੂ ਵੈਰੀ ਮੱਚ। ਸਾਨੂੰ ਖੁਸ਼ੀ ਹੈ ਕਿ ਤੁਸੀਂ ਸਾਰੇ ਪੰਜਾਬ ਚਰਚਾ ਦਾ ਹਿੱਸਾ ਬਣੇ। ਹੋਰ ਅਪਡੇਟਸ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।